ਸਤਿਗੁਰੂ ਜੀ ਰਾਤ ਨੂੰ ਪਲੰਗ ਉੱਪਰ ਲੇਟੇ ਹੋਏ ਸਨ। ਕਿਲੇ ਦੇ ਹੇਠਾਂ ਕੁਝ ਵਪਾਰੀਆਂ ਨੇ ਡੇਰਾ ਕੀਤਾ ਸੀ। ਉਹਨਾਂ ਵਪਾਰੀਆਂ ਨੇ ਸੱਸੀ ਪੁੰਨੂ ਦਾ ਗੀਤ ਗਾਇਆ, ਬਾਰ-ਬਾਰ ਗਾ ਕੇ ਰਾਗ ਵਿੱਚ ਵਸਾਇਆ। ਰਾਤ ਦੇ ਸਮੇਂ ਬਹੁਤ ਰਸ ਬੰਨਿਆ। ਪ੍ਰਵੀਨ ਸਤਿਗੁਰੂ ਜੀ ਪਲੰਗ ਉੱਪਰ ਲੇਟੇ ਹੋਏ ਸਨ। ਉਹਨਾਂ ਦੇ ਗੀਤ ਸੁਣਦੇ ਰਹੇ। ਕਾਫੀ ਲੰਮੇ ਸਮੇਂ ਤੱਕ ਉਹ ਗਾਉਂਦੇ ਰਹੇ। ਸਾਰਿਆਂ ਨੇ ਸੁਣਿਆ ਤੇ ਮਨ ਵਿੱਚ ਚੰਗਾ ਸਮਝਿਆ। ਸੁੱਖ ਨਾਲ ਸੌਂ ਕੇ ਰਾਤ ਬਤੀਤ ਕੀਤੀ। ਜਦ ਸਵੇਰ ਹੋ ਗਈ ਤਾਂ ਗੁਰੂ ਜੀ ਜਾਗ ਪਏ। ਸ਼ੌਚ ਇਸ਼ਨਾਨ ਕਰਕੇ ਗੁਰੂ ਜੀ ਨੇ ਦੀਵਾਨ ਲਾਇਆ ਤੇ ਫਿਰ ਉਹਨਾਂ ਨੇ ਪੁੱਛਿਆ, ਰਾਤ ਨੂੰ ਗੀਤ ਕੌਣ ਗਾਉਂਦਾ ਸੀ? ਸਿੰਘਾਂ ਨੇ ਕਿਹਾ, ਕੁਝ ਵਪਾਰੀ ਮਾਲ ਲੱਦ ਕੇ ਲਿਆਏ ਹਨ। ਉਹਨਾਂ ਨਾਲ ਬਹੁਤ ਊਂਠ ਹਨ। ਉਹਨਾਂ ਨੇ ਗੀਤ ਗਾਏ ਹਨ। ਸਤਿਗੁਰੂ ਜੀ ਨੇ ਕਿਹਾ, ਉਹਨਾਂ ਨੂੰ ਬੁਲਾ ਕੇ ਲਿਆਓ। ਇਹ ਸੁਣ ਕੇ ਸੇਵਕ ਉਹਨਾਂ ਦੇ ਪਾਸ ਗਏ ਤੇ ਕਿਹਾ, ਗੁਰੂ ਜੀ ਬੁਲਾਉਂਦੇ ਹਨ। ਉਹ ਚੱਲ ਕੇ ਆ ਗਏ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਨੇ ਆਪਣੇ ਸਿਰ ਨਿਵਾਏ। ਸਤਿਗੁਰੂ ਜੀ ਨੇ ਕਿਹਾ, ਰਾਤ ਜਿਵੇਂ ਗਾਉਂਦੇ ਸੀ, ਸੱਸੀ ਪੁੰਨੂ ਦੇ ਗੀਤ ਨੂੰ ਰਾਗ ਵਿੱਚ ਵਸਾਉਂਦੇ ਸੀ, ਹੁਣ ਇੱਥੇ ਬੈਠ ਕੇ ਗੀਤ ਗਾਓ ਤੇ ਉਸੇ ਪ੍ਰਕਾਰ ਵੱਡਾ ਰਸ ਧਾਰਨ ਕਰੋ। ਇਹ ਸੁਣ ਕੇ ਉਹ ਹੱਥ ਜੋੜ ਕੇ ਬੋਲਿਆ, ਹੁਣ ਤਾਂ ਗਾਇਆ ਨਹੀਂ ਜਾ ਸਕਦਾ। ਆਪ ਜੀ ਪਾਸੋਂ ਮੈਨੂੰ ਸ਼ਰਮ ਆਉਂਦੀ ਹੈ। ਆਪ ਜੀ ਦੇ ਸਾਹਮਣੇ ਬੋਲਣਾ ਚੰਗਾ ਨਹੀਂ ਲੱਗਦਾ ਹੈ। ਤਦ ਗੁਰੂ ਜੀ ਨੇ ਇੱਕ ਕਨਾਤ ਤਨਾਈ, ਸਾਰਿਆਂ ਦੇ ਓਹਲੇ ਉਹਨਾਂ ਨੂੰ ਬਿਠਾ ਦਿੱਤਾ। ਤਾਂ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਉਸਨੇ ਗੀਤ ਗਾਇਆ, ਪਰ ਫਿਰ ਵੀ ਰਾਤ ਸਮੇਂ ਵਰਗਾ ਰਸ ਨਾ ਪ੍ਰਾਪਤ ਹੋਇਆ। ਉਸ ਨੂੰ ਸਤਿਗੁਰੂ ਜੀ ਨੇ ਧਨ ਦੇ ਕੇ ਨਿਹਾਲ ਕੀਤਾ ਤੇ ਉਸ ਉੱਪਰ ਮਹਾਨ ਬਖਸ਼ਿਸ਼ ਕੀਤੀ। ਸੱਸੀ ਉੱਪਰ ਕਹਿ ਕੇ ਕਿਸੇ ਨੇ ਤਰਕ ਉਠਾਈ। ਉਸ ਪ੍ਰਤੀ ਗੁਰੂ ਜੀ ਨੇ ਉੱਤਰ ਦਿੱਤਾ, ਤੁਹਾਥੋਂ ਉਸ ਜ਼ਮੀਨ ਵਿੱਚ ਉਂਗਲੀ ਨਹੀਂ ਗੱਡੀ ਜਾਂਦੀ। ਉਸ ਜ਼ਮੀਨ ਵਿੱਚ ਸੱਸੀ ਪ੍ਰਵੇਸ਼ ਕਰ ਗਈ। ਪ੍ਰੇਮ ਦਾ ਮਹਾਤਮ ਵੱਡੇ ਤੋਂ ਵੱਡਾ ਹੈ। ਜਿਸ ਨੇ ਆਪਣੇ ਪ੍ਰਾਣ ਜਾਣ ਤੱਕ ਪ੍ਰੇਮ ਨੂੰ ਨਿਭਾਇਆ, ਉਹਨਾਂ ਦੇ ਨਾਮ ਸਦਾ ਲਈ ਅਮਰ ਹੋ ਗਏ ਹਨ। ਲੱਖਾਂ ਸਾਲਾਂ ਤੱਕ ਉਹਨਾਂ ਦੇ ਨਾਮ ਲੈਂਦੇ ਆ ਰਹੇ ਹਾਂ। ਜਿਨ੍ਹਾਂ ਦਾ ਗੁਰੂ ਪਰਮੇਸ਼ਰ ਨਾਲ ਪ੍ਰੇਮ ਹੈ, ਉਹ ਤੁਰੰਤ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਪ੍ਰੇਮ ਬਗੈਰ ਸਾਰੇ ਯਤਨ ਫਜ਼ੂਲ ਹਨ। ਸਾਰੇ ਸ੍ਰੇਸ਼ਟ ਕਰਮਾਂ ਵਿੱਚ ਪ੍ਰੇਮ ਰਤਨ ਹੈ। ਪ੍ਰੇਮੀ ਜਪ ਤਪ ਅਤੇ ਯੋਗ ਤੋਂ ਬਿਨਾਂ ਸਵਰਗ ਲੋਕ ਨੂੰ ਪ੍ਰਾਪਤ ਕਰਦਾ ਹੈ। ਇਸ ਪ੍ਰਕਾਰ ਗੁਰੂ ਜੀ ਨੇ ਆਪਣੇ ਮੁਖ ਤੋਂ ਪ੍ਰੇਮ ਦੀ ਮਹਿਮਾ ਕੀਤੀ। ਕਾਫੀ ਸਮੇਂ ਤੱਕ ਸਤਿਗੁਰੂ ਜੀ ਉੱਥੇ ਬੈਠੇ ਰਹੇ। ਫਿਰ ਬੈਰਾਣਾ ਨੇ ਆਪਣਾ ਬਿਰਤਾਂਤ ਕਿਹਾ। ਰਾਜਾ ਬੇਨੇਪਾਲ ਨੇ ਸ਼ਿਕਾਰ ਖੇਡਣ ਵਾਸਤੇ ਚੜ੍ਹਾਈ ਕੀਤੀ। ਜਦ ਜੰਗਲ ਦੇ ਵਿੱਚ ਚਲਾ ਗਿਆ ਤਾਂ ਉੱਥੇ ਉਸਨੇ ਇੱਕ ਕੌਤਕ ਵੇਖਿਆ। ਸੂਈ ਬੱਕਰੀ ਇੱਥੇ ਬਘਿਆੜ ਨਾਲ ਲੜ ਰਹੀ ਸੀ ਤੇ ਆਪਣੇ ਬੱਚੇ ਨੂੰ ਬਚਾ ਰਹੀ ਸੀ। ਰਾਜੇ ਨੇ ਉਹ ਸਥਾਨ ਅਜਿੱਤ ਅਤੇ ਕਿਲੇ ਯੋਗ ਜਾਣਿਆ ਤੇ ਆਪਣੇ ਵਜ਼ੀਰ ਨੂੰ ਕਿਹਾ, ਇੱਥੇ ਸ਼ੀਘਰ ਕਿਲਾ ਤਿਆਰ ਕਰਵਾਓ। ਜਿੱਥੋਂ ਕਿੱਥੋਂ ਬਹੁਤ ਮਨੁੱਖਾਂ ਨੂੰ ਬੁਲਵਾਓ। ਮਨੁੱਖ ਲੱਭਣ ਨਾਲ ਬਹੁਤ ਨਾ ਪ੍ਰਾਪਤ ਹੋਏ। ਜਦ ਇਹ ਜਾਣਿਆ ਕਿ ਛੇਤੀ ਕਿਲਾ ਨਹੀਂ ਬਣੇਗਾ, ਜਿਤਨਾ ਰਾਜੇ ਦਾ ਅਨਾਜ ਰਾਜਾ ਹੋਣ ਕਰਕੇ ਹਿੱਸਾ ਸੀ, ਉਹ ਰਾਜੇ ਨੇ ਕਿਸਾਨਾਂ ਨੂੰ ਛੱਡ ਦਿੱਤਾ। ਓਨੀ ਮਿੱਟੀ ਕਿਲੇ ਵਿੱਚ ਪਵਾਈ। ਫਿਰ ਬਹੁਤ ਮਨੁੱਖ ਆ ਕੇ ਮਿਲੇ। ਇਸ ਪ੍ਰਕਾਰ ਤੁਰੰਤ ਕਿਲਾ ਬਣਵਾਇਆ ਤੇ ਕਿਲੇ ਦੀ ਬਹੁਤ ਉੱਚੀ ਚਣਵਾਈ ਕੀਤੀ। ਕਿਲੇ ਦੇ ਵਿੱਚ ਇੱਕ ਸੁਰੰਗ ਬਣਵਾਈ। ਪਟਨੇਰ ਦੇ ਕਿਲੇ ਤੱਕ ਇਹ ਸੁਰੰਗ ਚਿਣ ਦਿੱਤੀ। ਇਸ ਪ੍ਰਕਾਰ ਕਈ ਹੋਰ ਪ੍ਰਸੰਗ ਸਤਿਗੁਰੂ ਜੀ ਨੂੰ ਸੁਣਾਏ। ਅਗਲੀ ਸਵੇਰ ਨੂੰ ਤੜਕੇ ਤਿਆਰ ਹੋ ਗਏ। ਘੋੜੇ ਉੱਪਰ ਕਾਠੀ ਪਾ ਕੇ ਸਵਾਰ ਹੋ ਗਏ। ਜਦ ਕਾਫੀ ਪਿੰਡਾਂ ਲੰਘ ਕੇ ਆ ਗਏ ਤੇ ਡੇਰਾ ਆ ਕੇ ਸੰਮੀ ਪਿੰਡ ਵਿੱਚ ਲਾਇਆ। ਉੱਥੋਂ ਦੇ ਮਨੁੱਖਾਂ ਨੇ ਆ ਕੇ ਹੱਥ ਜੋੜੇ ਤੇ ਆਪਣੀ ਸ਼ਕਤੀ ਅਤੇ ਸਮਰੱਥਾ ਅਨੁਸਾਰ ਉਪਹਾਰ ਅਰਪਣ ਕੀਤੇ। ਦਰਸ਼ਨ ਕਰਕੇ ਸਾਰਿਆਂ ਨੇ ਚਰਨ ਕਮਲਾਂ ਤੇ ਬੰਦਨਾ ਕੀਤੀ ਤੇ ਦੁੱਧ ਦਹੀਂ ਨੂੰ ਸਤਿਗੁਰੂ ਜੀ ਦੇ ਅੱਗੇ ਧਰਿਆ। ਘਾਹ ਦਾਣੇ ਘੋੜਿਆਂ ਨੂੰ ਦਿੱਤੇ। ਰਸਦ ਪਹੁੰਚਾ ਕੇ ਲੰਗਰ ਤਿਆਰ ਕੀਤਾ। ਸੌਂ ਕੇ ਫਿਰ ਰਾਤ ਬਤੀਤ ਕੀਤੀ ਤੇ ਸਵੇਰ ਹੋਣ ਤੇ ਗੁਰੂ ਜੀ ਘੋੜੇ ਉੱਪਰ ਸਵਾਰ ਹੋ ਗਏ।
ਫਿਰ ਦਮਦਮੇ ਪਹੁੰਚ ਕੇ ਡੇਰਾ ਕਰ ਲਿਆ। ਉਸ ਸਮੇਂ ਭਾਈ ਡੱਲਾ ਆ ਕੇ ਮਿਲਿਆ ਤੇ ਉਸਨੇ ਆ ਕੇ ਚਰਨ ਕਮਲਾਂ ਤੇ ਬੰਦਨਾ ਕੀਤੀ। ਸਤਿਗੁਰੂ ਜੀ ਦੇ ਪਾਸ ਬੈਠ ਗਿਆ ਤਾਂ ਬਹੁਤ ਮਨੁੱਖ ਸਤਿਗੁਰੂ ਜੀ ਨੂੰ ਆ ਕੇ ਮਿਲੇ। ਦਿਆਲ ਦਾਸ ਨੇ ਜਿਹੜਾ ਲੰਗਰ ਦਾ ਗੱਡਾ ਭਰਿਆ ਸੀ ਉਹ ਆਪਣੇ ਨਾਲ ਹੀ ਫਿਰ ਲੈ ਕੇ ਆਇਆ। ਰਾਮ ਸਿੰਘ ਨੇ ਫਿਰ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਦਿਆਲ ਦਾਸ ਨੂੰ ਆਪਣਾ ਜਾਣ ਕੇ ਬਖਸ਼ ਦਿਓ। ਕੜਾਹ ਪ੍ਰਸ਼ਾਦ ਅਤੇ ਬਹੁਤ ਭੋਜਨ ਲੈ ਕੇ ਬਠੰਡੇ ਗੱਡਾ ਲੈ ਕੇ ਗਿਆ ਸੀ। ਦਿਆਲ ਦਾਸ ਫਿਰ ਗੁਰੂ ਜੀ ਦੇ ਚਰਨੀ ਢਹਿ ਪਿਆ, ਫਿਰ ਹੱਥ ਜੋੜ ਕੇ ਅੱਗੇ ਖੜਾ ਹੋ ਗਿਆ। ਸਤਿਗੁਰੂ ਜੀ ਨੇ ਫਿਰ ਵੇਖ ਕੇ ਕਿਹਾ, ਬੈਠ ਜਾ, ਭਗਤੂ ਕੁੱਲ ਦਾ ਇਹ ਮਸੰਦ ਹੋਇਆ ਹੈ, ਅਸੀਂ ਤੈਨੂੰ ਬਖਸ਼ਿਆ ਹੈ, ਲੰਗਰ ਵਰਤਾ ਦਿਓ। ਫਿਰ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ, ਪਰ ਜਦ ਭੋਜਨ ਨੂੰ ਜਾ ਕੇ ਵੇਖਿਆ ਤਾਂ ਉਸ ਵਿੱਚ ਬਹੁਤ ਕਿਰਮ ਪਏ ਹੋਏ ਸਨ। ਫਿਰ ਗੁਰੂ ਜੀ ਅੱਗੇ ਆ ਕੇ ਬੇਨਤੀ ਕੀਤੀ, ਇਹ ਭੋਜਨ ਹੁਣ ਖਾਣ ਦੇ ਲਾਇਕ ਨਹੀਂ ਰਿਹਾ, ਬਹੁਤ ਦਿਨ ਬੀਤ ਗਏ ਹਨ, ਇਸ ਕਰਕੇ ਕਿਰਮ ਪੈ ਗਏ ਹਨ। ਗੱਡੇ ਉੱਤੇ ਧਰ ਕੇ ਆਪ ਜੀ ਦੇ ਨਾਲ ਕਈ ਦਿਨ ਫਿਰਦਾ ਰਿਹਾ ਹਾਂ। ਇਹ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਸਾਨੂੰ ਵਿਖਾਓ, ਬਾਅਦ ਵਿੱਚ ਸਭ ਨੂੰ ਵਰਤਾ ਦਿਓ। ਕੁਝ ਲੰਗਰ ਅਤੇ ਪ੍ਰਸ਼ਾਦ ਸਤਿਗੁਰੂ ਜੀ ਦੇ ਅੱਗੇ ਲਿਆਇਆ। ਗੁਰੂ ਜੀ ਨੇ ਆਪਣੇ ਹੱਥਾਂ ਵਿੱਚ ਲੈ ਕੇ ਤੇ ਹੱਥ ਦੀ ਤਲੀ ਉੱਪਰ ਧਰ ਕੇ ਗੋਲੀ ਵੱਟੀ। ਭਗਤ ਦਾ ਲੰਗਰ ਸੰਪੂਰਨ ਹੋ ਗਿਆ। ਫਿਰ ਭਗਤ ਦਾ ਲੰਗਰ ਛਕ ਲਿਆ। ਫਿਰ ਕਿਸੇ ਵਰਤਾਉਣ ਵਾਲੇ ਨੇ ਵੇਖਿਆ ਕਿ ਇੱਕ ਵਾਰ ਫਿਰ ਸ਼ੁੱਧ ਭੋਜਨ ਹੋ ਗਿਆ ਸੀ। ਫਿਰ ਸਿੰਘਾਂ ਵਿੱਚ ਵਰਤਾਉਣ ਲੱਗਾ ਤੇ ਕੜਾਹ ਦੇ ਕੇ ਸਭ ਨੂੰ ਤ੍ਰਿਪਤ ਕੀਤਾ। ਫਿਰ ਰੌਲਾ ਪੈ ਗਿਆ ਤੇ ਲੁੱਟ ਮਚ ਗਈ। ਖਾਲਸਾ ਦੌੜ ਦੌੜ ਕੇ ਕੜਾਹ ਪ੍ਰਸ਼ਾਦ ਲੁੱਟਣ ਪੈ ਗਿਆ। ਆਪੇ ਆਪ ਸਾਰੇ ਲੈ ਗਏ। ਸਤਿਗੁਰੂ ਜੀ ਵੇਖ ਵੇਖ ਕੇ ਬਹੁਤ ਮੁਸਕਰਾਏ। ਕੁਝ ਦੇਰ ਬਾਅਦ ਹੋਰ ਸਿੱਖ ਆਏ। 5-10 ਸਿੰਘ ਸਨ ਜਿਨ੍ਹਾਂ ਨੇ ਕੁਝ ਵੀ ਨਹੀਂ ਖਾਧਾ ਸੀ। ਉਹਨਾਂ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ, ਇਸ ਸਮੇਂ ਜਾਓ ਤੇ ਦਿਆਲ ਦਾਸ ਦਾ ਪੱਲਾ ਫੜ ਲਓ। ਉਹ ਦਿਆਲ ਦਾਸ ਪਾਸ ਗਏ ਤੇ ਕਹਿਣ ਲੱਗੇ, ਸਾਨੂੰ ਸਾਡਾ ਲੰਗਰ ਦਿਓ। ਗੋਰੇ ਦੇ ਪੁੱਤਰ ਨੇ ਫਿਰ ਆਪਣੀ ਛਾਪ ਉਤਾਰੀ ਤੇ ਉਹਨਾਂ ਨੂੰ ਦੇ ਕੇ ਕਹਿਣ ਲੱਗਾ, ਮੁੱਲ ਲੈ ਕੇ ਖਾ ਲਓ, ਲੰਗਰ ਦੇ ਵਿੱਚ ਕਿਸੇ ਪ੍ਰਕਾਰ ਦਾ ਰੰਗ ਵਿੱਚ ਭੰਗ ਨਾ ਪਾਓ। ਇੱਕ ਘੋੜਾ ਅਤੇ ਇੱਕ ਦੁਸ਼ਾਲਾ ਦਿਆਲ ਦਾਸ ਨੇ ਉਸ ਸਮੇਂ ਸਤਿਗੁਰੂ ਜੀ ਨੂੰ ਅਰਪਣ ਕੀਤਾ। ਸਤਿਗੁਰੂ ਜੀ ਨੇ ਉਸ ਨੂੰ ਬਖਸ਼ ਕੇ ਸੰਗਤ ਵਿੱਚ ਮਿਲਾ ਲਿਆ। ਉਹ ਗੁਰੂ ਜੀ ਦੇ ਪਾਸ ਰਹਿ ਕੇ ਉਹਨਾਂ ਦੀ ਸੇਵਾ ਕਰਦਾ ਸੀ। ਸਾਰੇ ਮਨੁੱਖ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਚਲੇ ਗਏ। ਸਾਰੀ ਸੈਨਾ ਨੇ ਵੀ ਖਾ ਪੀ ਲਿਆ। ਉੱਥੇ ਰਹਿ ਕੇ ਕਾਫੀ ਦਿਨ ਬਤੀਤ ਕੀਤੇ। ਜਿਹੜੀ ਸਿੱਖ ਸੰਗਤ ਆਉਂਦੀ ਸੀ ਉਹਨਾਂ ਦੀ ਕਾਮਨਾ ਪੂਰੀ ਕਰਦੇ ਸਨ। ਇੱਕ ਦਿਨ ਭਾਈ ਡੱਲੇ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਸ਼ਿਕਾਰ ਖੇਡਣ ਲਈ ਘੋੜੇ ਤੇ ਸਵਾਰ ਹੋ ਗਏ। ਜਦ ਇੱਕ ਮ੍ਰਿਗ ਨੂੰ ਵੇਖਿਆ ਤਾਂ ਬਹੁਤ ਦੂਰ ਨਿਕਲ ਗਏ। ਇੱਕ ਤਿੱਖਾ ਤੀਰ ਛੱਡ ਕੇ ਫਿਰ ਉਸ ਹਿਰਨ ਦਾ ਗੁਰੂ ਜੀ ਨੇ ਸ਼ਿਕਾਰ ਕੀਤਾ। ਉਸ ਹਿਰਨ ਨੂੰ ਮਾਰ ਕੇ ਸਤਿਗੁਰੂ ਜੀ ਬਹੁਤ ਹੱਸਣ ਲੱਗੇ। ਹੋਠਾਂ ਵਿੱਚ ਸੁੰਦਰ ਦੰਦ ਦਿਖਾਈ ਦੇਣ ਲੱਗੇ। ਇਹ ਵੇਖ ਕੇ ਭਾਈ ਡੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਇਸ ਨੂੰ ਮਾਰ ਕੇ ਕਿਉਂ ਹੱਸੇ ਹੋ? ਗੁਰੂ ਜੀ ਨੇ ਕਿਹਾ, ਇਹ ਗੁਰਸਿੱਖ ਗੁਰੂ ਦਾ ਖਜ਼ਾਨਚੀ ਸੀ। ਇਹ ਬਹੁਤ ਧਨ ਚੋਰੀ ਕਰਦਾ ਰਿਹਾ ਹੈ। ਬਹੁਤ ਖਰਾਬ ਕੀਤਾ ਅਤੇ ਖਾਧਾ। ਉਸ ਪਾਪ ਕਰਕੇ ਇਸ ਨੇ ਮ੍ਰਿਗ ਦਾ ਸਰੀਰ ਪਾਇਆ ਹੈ। ਹੇ ਭਾਈ ਡੱਲੇ, ਸੁਣੋ, ਪਰਾਇਆ ਧਨ ਅੰਸ਼ ਮਾਤਰ ਵੀ ਕਿਸੇ ਪ੍ਰਕਾਰ ਲੈਣਾ ਨਹੀਂ ਚਾਹੀਦਾ। ਉਸ ਦਾ ਮਾਸ ਕੱਟਿਆ ਜਾਵੇਗਾ, ਫਿਰ ਇਹ ਤੜਫੇਗਾ ਅਤੇ ਰਿੰਨ ਕੇ ਖਾਧਾ ਜਾਵੇਗਾ। ਜਿਹੜਾ ਮਨੁੱਖ ਪਰਾਇਆ ਧਨ ਚੁਰਾਉਂਦਾ ਹੈ ਜਾਂ ਸ਼ਕਤੀ ਲਾ ਕੇ ਖੋ ਕੇ ਪ੍ਰਸੰਨ ਹੁੰਦਾ ਹੈ ਤਾਂ ਉਹ ਮ੍ਰਿਗ ਬੱਕਰੇ ਆਦਿ ਦਾ ਸਰੀਰ ਧਾਰਨ ਕਰਦਾ ਹੈ। ਲੈਣੇਦਾਰ ਫਿਰ ਉਸ ਨੂੰ ਮਾਰ ਕੇ ਖਾ ਜਾਂਦਾ ਹੈ। ਆਪਣੇ ਮਾਲਕ ਦਾ ਜਿਹੜਾ ਧਨ ਚੋਰੀ ਕਰਦਾ ਹੈ ਉਹ ਵੀ ਇਸੇ ਢੰਗ ਨਾਲ ਦੁੱਖ ਪਾਉਂਦਾ ਹੈ। ਅਸੀਂ ਉਸ ਸਮੇਂ ਬਹੁਤ ਵਰਜ ਰਹੇ ਸੀ ਪਰ ਮੰਨਿਆ ਨਹੀਂ ਸੀ। ਉਸ ਬਿਰਤਾਂਤ ਨੂੰ ਜਾਣ ਕੇ ਅਸੀਂ ਹੱਸੇ ਸੀ। ਇਸ ਪ੍ਰਕਾਰ ਜਦ ਕਿਹਾ ਤਾਂ ਉਸ ਸਮੇਂ ਦਮਦਮਾ ਬਹੁਤ ਦੂਰ ਰਹਿ ਗਿਆ ਸੀ। ਪਹੁੰਚਣ ਦਾ ਸਮਾਂ ਮਨ ਵਿੱਚ ਨਾ ਜਾਣਿਆ। ਇੱਕ ਚੰਗਾ ਕਿੱਕਰ ਦਾ ਦਰਖਤ ਵੇਖਿਆ। ਉੱਥੇ ਸਤਿਗੁਰੂ ਜੀ
ਆਪਣਾ ਡੇਰਾ ਲਾ ਕੇ ਬੈਠ ਗਏ। ਤਦ ਸਿੱਖਾਂ ਨੇ ਹੱਥ ਜੋੜ ਕੇ ਕਿਹਾ, ਹੇ ਸਤਿਗੁਰੂ ਜੀ, ਅਸੀਂ ਤਾਂ ਕੁਝ ਖਾਧਾ ਪੀਤਾ ਵੀ ਨਹੀਂ, ਦੋਵੇਂ ਸਮੇਂ ਹੁਣ ਭੁੱਖੇ ਰਹੇ ਹਾਂ। ਸਾਰਿਆਂ ਨੂੰ ਬਹੁਤ ਭੁੱਖ ਲੱਗੀ ਹੋਈ ਹੈ। ਇਹ ਰਾਤ ਕਿਸ ਤਰ੍ਹਾਂ ਬਤੀਤ ਕਰਾਂਗੇ? ਸਵੇਰ ਹੋਣ ਤੇ ਫਿਰ ਚੱਲ ਪਵਾਂਗੇ। ਇਹ ਸੁਣ ਕੇ ਸਤਿਗੁਰੂ ਜੀ ਨੇ ਮੁਖ ਤੋਂ ਹੁਕਮ ਕੀਤਾ, ਕਿੱਕਰਾਂ ਉੱਪਰ ਚੜ੍ਹੋ। ਜਿਹੜੀਆਂ ਮਹਾਨ ਕਿੱਕਰਾਂ ਇੱਥੇ ਖੜੀਆਂ ਹਨ, ਬਲ ਲਾ ਕੇ ਇਹਨਾਂ ਨੂੰ ਹਿਲਾਓ, ਫਿਰ ਮਨ ਭਾਉਂਦਾ ਭੋਜਨ ਖਾ ਕੇ ਭੁੱਖ ਦੂਰ ਕਰੋ। ਸਤਿਗੁਰੂ ਜੀ ਦੇ ਬਚਨ ਮੰਨ ਕੇ ਕਿੱਕਰਾਂ ਦੇ ਉੱਪਰ ਚੜ੍ਹ ਗਏ ਤੇ ਕਿੱਕਰਾਂ ਨੂੰ ਹਿਲਾ ਕੇ ਆਪਣੇ ਨੈਣਾਂ ਨਾਲ ਵੇਖਿਆ। ਅਨੇਕ ਭਾਂਤ ਦੇ ਭੋਜਨ ਪਏ ਸਨ। ਬਹੁਤ ਖੁਰਮੇ ਅਤੇ ਜਲੇਬ ਪਏ ਸਨ। ਲੱਡੂ ਆਦਿ ਬਹੁਤ ਪਏ ਸਨ। ਮਾਨੋ ਬਹੁਤ ਭੋਜਨ ਦੀ ਵਰਖਾ ਹੋ ਗਈ ਸੀ। ਖਾ ਖਾ ਕੇ ਸਿੱਖ ਤ੍ਰਿਪਤ ਹੋ ਗਏ। ਕਈਆਂ ਸਿੰਘਾਂ ਨੇ ਇਹ ਭੋਜਨ ਨਾ ਖਾਧੇ। ਉਹਨਾਂ ਨੂੰ ਸਤਿਗੁਰੂ ਜੀ ਨੇ ਪੁੱਛਿਆ, ਤੁਸੀਂ ਕਿਉਂ ਨਹੀਂ ਖਾਧੇ ਹਨ? ਸਾਰਾ ਦਿਨ ਤੁਹਾਡੇ ਹੱਥ ਵਿੱਚ ਕੁਝ ਨਹੀਂ ਸੀ ਆਇਆ। ਜਿਹੜੇ ਸਿਆਣੇ ਸਿੱਖ ਸਨ ਉਹ ਹੱਥ ਜੋੜ ਕੇ ਕਹਿਣ ਲੱਗੇ, ਹੇ ਸਤਿਗੁਰੂ ਜੀ, ਆਪ ਜੀ ਨੇ ਵੀ ਨਹੀਂ ਖਾਧੇ ਹਨ, ਅਸੀਂ ਤੁਹਾਡੇ ਬਗੈਰ ਕਿਵੇਂ ਖਾ ਸਕਦੇ ਸੀ? ਸਤਿਗੁਰੂ ਜੀ ਇਹ ਸੁਣ ਕੇ ਪ੍ਰਸੰਨ ਹੋ ਕੇ ਬੋਲੇ, ਇਹਨਾਂ ਸਿੱਖਾਂ ਨੂੰ ਗੁਰਮੁਖ ਵਿਚਾਰ ਲਓ। ਖਾਣ ਵਾਲੇ ਤਾਂ ਪੇਟ ਪਾਲ ਹਨ। ਮਨਮੁਖ ਸਿੱਖ ਵੀ ਬਹੁਤ ਕਹਿੰਦੇ ਹਨ ਕਿ ਸਿੱਖੀ ਪਾਉਣੀ ਦੂਰ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।